अकाल मूरत अजूनी सैभं गुरु प्रसाद। ज्ञान ध्यान किछ कर्म ना जाना, नाहिन निर्मल करनी। साध संगत के अंचल लावो, बिखम नदी जाए तरनी। साध संगत के अंचल लावो, बिखम नदी जाए तरनी। सतनाम वाहेगुरु साहिब जियो। सूही महला पंजवा, हर चरण कमल की टेक। सतगुर दिती तुस कै बलराम जियो। हर चरण कमल की टेक, सतगुर दिती तुस कै बलराम जियो। उपजया तत ज्ञान साहुरै पीयै। इक हर बलराम जियो। ब्रह्म है ब्रह्म मिलया, कोई ना साकै भिन्न कर। बलराम जियो। बिस्म पेखै बिस्म सुनियै, बिस्माद नदरी आया। जल थल महियल पूरन स्वामी, घट घट रहा समाया। जिस ते उपजया तिस माहे समाया। कीमत कहन ना जाए, जिसके चलत ना जाही लखणे। नानक तिसै ते आए। जिस ते उपजया तिस माही समाया। कीमत कहन ना जाए, जिसके चलत न जाही लखणे। नानक तिसै ते आए। वाहिगुरु जी का खालसा, वाहिगुरु जी की फतेह। जुगो जुगो अटल धन धन गुरु ग्रंथ साहिब जी। गुरु पातशाह जी दी अपार अजमत बख्शिश। शाम समय दिस दीवान ਨੂੰ ਅਸੀਂ ਮਾਣ ਰਹੇ ਹਾਂ। ਵਰਚੁਅਲ ਦੀਵਾਨ ਹੋਣ ਕਰਕੇ ਆਪ ਘਰਾਂ ਥਾਵਾਂ ਤੋਂ ਟੀਵੀ ਰਾਹੀਂ ਜਾਂ ਹੋਰ ਮੀਡੀਆ ਸੋਰਸਸ ਰਾਹੀਂ ਗੁਰ ਸ਼ਬਦ ਤੱਕ ਰਸਾਈ ਪਾ ਰਹੇ ਹੋ। ਇਹ ਵੀ ਇੱਕ ਅਹੋਭਾਗਤਾ ਹੈ। ਅਜੇ ਹੁਣੇ ਗੁਰਬਾਣੀ ਕੀਰਤਨ ਆਪ ਸਰੋਤ ਪਾ ਰਹੇ ਸੀ। ਅਗਲੇ ਬਣਦੇ ਸਮੇਂ ਵਿੱਚ ਗੁਰ ਸ਼ਬਦ ਵਿਆਖਿਆ ਨਾਲ ਅਸੀਂ ਸਾਂਝ ਪਾਉਣੀ ਹੈ। ਇਸ ਗੋਚਰੇ ਜੋ ਗੁਰਬਾਣੀ ਵਿਆਖਿਆਨ ਲਈ ਸ਼ਬਦ ਚੱਲ ਰਿਹਾ ਹੈ, ਇਸ ਵਿੱਚ ਸੂਹੀ ਰਾਗ ਦਾ ਗੁਰੂ ਅਰਜਨ ਸਾਹਿਬ ਦਾ ਉਚਰਿਤ ਕੀਤਾ ਛੰਤ ਹੈ। ਇਸ ਪਾਵਨ ਛੰਤ ਦੇ 4 ਪਦੇ, ਤਿੰਨਾਂ ਦੀ ਵਿਆਖਿਆ ਬੀਤੇ ਕੱਲ ਤੱਕ ਅਸੀਂ ਕਰਨ ਦਾ ਯਤਨ ਕੀਤਾ। ਅੱਜ ਆਪ ਜੀ ਨੇ 4 ਨੰਬਰ ਪਦੇ ਦਾ ਪਾਠ ਸਰਵਨ ਕੀਤਾ ਹੈ। ਬਚਨ ਵਿਆਖਿਆ ਦੇ ਰੂਪ ਵਿੱਚ ਪ੍ਰਾਰੰਭ ਕਰ ਰਹੇ ਹਾਂ। ਸਭ ਜ਼ਿਕਰ ਕਰਦੇ ਨੇ, ਉਪਜਿਆ ਤਤ ਗਿਆਨ ਸਾਹੁਰੇ ਪਈਐ। ਇੱਕ ਹਰ ਬਲਰਾਮ ਜਿਓ। ਉਪਜਿਆ ਤਤ ਗਿਆਨ ਮਤਲਬ
ਜਿਹਨੂੰ ਕਿਹਾ ਜਾਏ ਕਿ ਐਸੈਂਸ ਆਫ ਦ ਹੋਲ ਨੌਲੇਜ ਔਰ ਹੋਲ ਇਨਫੋਰਮੇਸ਼ਨ, ਤੱਤ, ਜਿਹੜੀ ਬੇਸ ਆ, ਜਿਸ ਨੂੰ ਕਿਹਾ ਜਾਏ ਕਿ ਬੀਜ ਰੂਪ, ਇਸ ਧਰਤੀ ਦੇ ਉੱਤੇ ਜੋ ਕੁਝ ਵੀ ਦਿਸਦਾ ਅਣਦਿਸਦਾ, ਜੋ ਵੀ ਪਸਾਰਾ ਹੈ ਚਾਰ ਚੁਫੇਰੇ, ਆਖਰਕਾਰ ਆ ਜ਼ਿੰਦਗੀ ਇਵੋਲਵ ਹੋਈ ਹੈ ਮਿੱਟੀ ਵਿੱਚੋਂ। ਇਸ ਨੂੰ ਕੁਦਰਤ ਨੇ ਬੜਾ ਕਿਊਰੀਅਸ ਬਣਾਇਆ ਆ, ਇਹਨੂੰ ਬੜੀ ਉਤਸੁਕਤਾ ਆ ਜਾਣਨ ਦੀ, ਜੀਣ ਦੀ, ਚੀਨਣ ਦੀ, ਪਹਿਚਾਨਣ ਦੀ, ਡਿਸਕਵਰ ਕਰਨ ਦੀ, ਆਲੇ ਦੁਆਲੇ ਨਾਲ ਰਾਫਤੇਦਾਰੀ ਕਰਨ ਦੀ। ਇਹ ਲਗਾਤਾਰ ਹੈ। ਇਸੇ ਕਰਕੇ ਬੰਦਾ ਐਕਸਪਲੋਰ ਕਰਦਾ ਚੀਜ਼ਾਂ ਨੂੰ, ਇਹ ਸਾਰੇ ਦੇ ਵਿੱਚ ਗਵਾਚ ਜਾਂਦਾ ਆ। ਪਰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਇਹ ਕਿਸੇ ਨਾ ਕਿਸੇ ਇੱਕ ਬੇਸ ਨਾਲ, ਕਿਸੇ ਨਾ ਕਿਸੇ ਬੁਨਿਆਦ ਨਾਲ ਜੁੜੀ ਹੈ। ਸੋ ਉਸ ਬੁਨਿਆਦ ਨੂੰ ਜੇ ਪਕੜਿਆ ਜਾਏ, ਮੈਨੂੰ ਸਰਲ ਭਾਵ ਵਿੱਚ ਬਿਆਨ ਕਰਾਂ, ਐਗਜ਼ਾਮਪਲ ਦੇ ਤੌਰ 'ਤੇ ਜੇ ਬਾਤ ਕਰਨੀ ਹੋਏ ਤੇ ਇੱਕ ਬਹੁਤ ਸਕਾਲਰ ਰਾਈਟਰ ਹੋਏ ਨੇ ਭਾਰਤੀ ਖਿੱਤੇ ਦੇ ਵਿੱਚ, ਤੇ ਉਸਨੇ ਇੱਕ ਵਾਰੀ ਵੈਸੇ ਕਿਤੇ ਬਾਤ ਕੀਤੀ ਕਿ ਜੇ ਕੁਝ ਅਸੀਂ ਬੰਦੇ ਖਾਸ ਗਿਣਨੇ ਹੋਣ ਉਸ ਖਾਰੇ ਖਿੱਤੇ ਦੇ ਵਿੱਚੋਂ ਤੇ ਕਿਸ ਨੂੰ ਗਿਣਾਂਗੇ। ਉਸਨੇ ਕੁਝ ਨਾਮ ਲਏ, ਖਾਸ ਕਰਕੇ ਉਸਨੇ ਉਹਦੇ ਨਾਮਾਂ ਦੇ ਵਿੱਚ ਸਾਊਥ ਵਾਲੀ ਸਾਈਡ ਤੋਂ ਰਾਮਾਨੁਜ ਸੀਗਾ, ਨਾਗਾਰਜੁਨ ਸੀਗਾ, ਮਿਡਲ ਆਫ ਇੰਡੀਆ ਦੇ ਵਿੱਚੋਂ ਜਿਹੜਾ ਸੀਗਾ ਭਗਤ ਕਬੀਰ ਜੀ ਸੀਗੇ, ਭਗਤ ਰਵਿਦਾਸ ਜੀ ਸੀਗੇ, ਮਰਾਠਵਾੜੇ ਸਾਈਡ ਤੋਂ ਭਗਤ ਨਾਮਦੇਵ ਜੀ ਦੀ ਬਾਤ ਕੀਤੀ, ਕੁਝ ਉਹਨਾਂ ਨੇ ਹੋਰ ਯੋਗਿਕ ਘਰਾਣੇ ਵਿੱਚੋਂ ਬਾਤਾਂ ਪਾਈਆਂ, ਕੁਝ ਸੂਫੀਆਂ 'ਚੋਂ ਬਾਤਾਂ ਪਾਈਆਂ। ਨੋ ਡਾਊਟ ਉਸਨੇ ਸਾਰੇ ਦੇ ਵਿੱਚ ਗੁਰੂ ਸਾਹਿਬ ਦਾ ਜ਼ਿਕਰ ਵੀ ਕੀਤਾ। ਤੇ ਕੋਈ ਸੱਜਣ ਸੀਗੇ, ਉਹ ਕਹਿੰਦੇ ਕਿ ਬਹੁਤ ਸਾਰੇ ਨਾਮ ਹੋ ਗਏ ਨੇ, ਜਿਸ ਸਾਰੇ ਨਾਵਾਂ ਦੇ ਵਿੱਚੋਂ ਕੋਈ 5 ਨਾਂ ਪਿਕ ਕਰਨੇ ਹੋਣ ਤੇ ਉਹ ਕਹਿੰਦੇ ਇਟਸ ਵੈਰੀ ਹਾਰਡ, ਇਟਸ ਨੋਟ ਈਜ਼ੀ, ਬਿਕੋਜ਼ ਬਹੁਤ ਔਖਾ, ਕਿਹੜੇ 5 ਪਿਕ ਕਰਾਂਗੇ। ਉਹ ਕਹਿੰਦੇ ਚਲੋ ਛੱਡੋ ਪਰਾਂ, 5 ਨੂੰ ਰਹਿਣ ਦਿੰਦੇ ਆ, ਕੋਈ ਇੱਕ ਨਾਂ ਪਿਕ ਕਰਨਾ ਹੋਏ ਕਹਿੰਦੇ ਫਿਰ ਈਜ਼ੀ ਹੈ। ਉਹ ਕਹਿੰਦੇ ਉਹ ਕਿੱਦਾਂ? ਕਹਿੰਦੇ ਫਿਰ ਇੱਕ ਨਾਂ ਆਪਾਂ ਜੇ ਜਗਤ ਗੁਰੂ ਨਾਨਕ ਪਿਕ ਕਰ ਲਈਏ, ਸਭ ਕੁਝ ਵਿੱਚ ਹੀ ਪਿਕ ਹੋ ਜਾਂਦਾ, ਕਿਉਂਕਿ ਜੋ ਉਹਦੇ ਆਲੇ ਦੁਆਲੇ ਸਭ ਕੁਝ ਹੀ ਘੁੰਮਦਾ ਹੈ, ਸਭ ਕੁਝ ਬਸ ਉਹੀ ਹੈ। ਮਤਲਬ ਸਾਰਾ ਜਿਹੜੀ ਉਹਨੇ ਬਾਤ ਪਾਈ ਹੈ, ਜੀਵਨ ਸਿਖਾਇਆ, ਜਾਚ ਸਿਖਾਈ ਹੈ, ਕਿਤੇ ਨਾ ਕਿਤੇ ਉਹ ਥੋੜ੍ਹੇ ਬਹੁਤੇ ਤੁਹਾਨੂੰ ਜਿਹੜੇ ਉਹਦੇ ਪੀਸਿਸ ਮਿਲ ਜਾਣਗੇ, ਕੁਝ ਪਾਰਟ ਮਿਲ ਜਾਣਗੇ, ਕੁਝ ਚੀਜ਼ਾਂ ਮਿਲ ਜਾਣਗੀਆਂ, ਹਰ ਰੂਪ ਦੇ ਵਿੱਚ, ਹਰ ਜਗ੍ਹਾ 'ਤੇ ਸਭ ਚੰਗੀਆਂ ਲੱਗਣਗੀਆਂ। ਪਰ ਜੇ ਸਮੁੱਚੇ ਨੂੰ ਦੇਖਣਾ ਹੋਏ ਤਾਂ ਇਕੱਲੇ ਨੂੰ ਦੇਖ ਲਓ, ਤੁਹਾਨੂੰ ਸਭ ਕੁਝ ਹੀ ਮਿਲ ਜਾਏਗਾ ਉਹਦੇ ਵਿੱਚ। ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਕਹੀਏ, ਗੁਰੂ ਨਾਨਕ ਸਾਹਿਬ ਤੁਹਾਡੇ ਬਾਰੇ ਸਕਾਲਰ ਲੋਕ ਇਹ ਮੰਨਦੇ ਨੇ ਕਿ ਤੁਸੀਂ ਬਿਲਕੁਲ ਇੱਕ ਬੇਸਿਕ ਚੀਜ਼ ਨੂੰ ਮਤਲਬ ਸਮਝਾ ਦਿੰਦੇ ਹੋ, ਸਭ ਕੁਝ ਉਹਦੇ 'ਚ ਸਮਾ ਜਾਂਦਾ ਹੈ। ਤੁਸੀਂ ਸਾਨੂੰ ਕੁਝ ਦੱਸ ਦਿਓ ਜਿਹਦੇ 'ਚ ਸਭ ਕੁਝ ਸਮਾ ਜਾਏ। ਤੇ ਬਾਬਾ ਨਾਨਕ ਜੀ ਸਿੱਧੇ ਤੌਰ 'ਤੇ ਕਹਿਣਗੇ ਇੱਕ ਓਂਕਾਰ, ਬਸ ਇਹੀ ਹੈ, ਇਹ ਤੱਤ ਗਿਆਨ ਹੈ। ਉਸ ਦਿਨ ਬਲੰਦ ਗਾਰਗੀ ਦੀ ਬਾਤ ਕਰ ਰਿਹਾ ਸੀਗਾ, ਜਦੋਂ ਦੀ ਸਕੂਲਿੰਗ ਹੁੰਦੀ ਹੈ ਤੇ ਉਹ ਇੱਕ ਆਮ ਪਿੰਡ ਵਿੱਚ ਪੈਦਾ ਹੋਇਆ ਹੈ, ਮਾਂ ਇੱਕ ਸਾਧੂ ਕੋਲ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ 2 ਭਰਾ ਨੇ, ਕਿਹਦੇ 'ਚੋਂ ਕੁਝ ਵਿੱਦਿਆ ਪ੍ਰਾਪਤ ਕਰਨ ਦੀ ਸਮਰੱਥਾ ਹੈ, ਤੇ ਉਹ ਕਹਿੰਦਾ ਬਾਈ ਚਾਂਸ ਮੇਰੇ ਵੱਲ ਉਂਗਲ ਕਰ ਦਿੰਦਾ ਹੈ, ਤੇ ਮਾਂ ਮੈਨੂੰ ਗੁਰਦੁਆਰਾ ਸਾਹਿਬ ਦੇ ਨਾਲ ਜੋ ਧਰਮਸਾਲ ਚੱਲਦੀ ਸੀ ਕਿ ਉਹਦੇ ਨਾਲ ਜਿਹੜਾ ਸਕੂਲ ਸੀਗਾ ਗ੍ਰੰਥੀ ਸਾਹਿਬ ਚਲਾਉਂਦੇ ਸੀ, ਉੱਥੇ ਛੱਡ ਆਉਂਦੀ ਹੈ। ਜਿਹੜੀ ਮੇਰੀ ਬੇਸਿਕ ਜਾਂ ਪ੍ਰਾਇਮਰੀ ਐਜੂਕੇਸ਼ਨ ਕਹਿੰਦੇ ਉੱਥੇ ਹੁੰਦੀ ਹੈ। ਤੇ ਉਹਦੇ ਵਿੱਚ ਮੈਂ ਜਦੋਂ ਜਾਣਾ, ਉੱਥੇ ਸਪੋਜ਼ ਕਰੋ ਸਵੇਰੇ ਮਾਂ ਤਿਆਰ ਕਰਕੇ ਭੇਜਦਾ, ਤੇ ਉੱਥੇ ਜਾ ਕੇ ਬੱਚਿਆਂ ਨਾਲ ਮੈਂ ਖੇਡਦਾ ਤੇ ਵੇਖਦਾ ਉਸ ਤਰੀਕੇ ਨਾਲ। ਤੇ ਮੈਂ ਪੁੱਛਦਾ ਆ ਕਿ ਇੱਥੇ ਵਿੱਦਿਆ ਕਦੋਂ ਹੋਏਗੀ, ਪੜ੍ਹਾਈ ਕਦੋਂ ਹੋਏਗੀ? ਤੇ ਉਹ ਮੈਨੂੰ ਅੱਗੋਂ ਜਵਾਬ ਦਿੰਦੇ ਨੇ ਕਿ ਗੱਲ ਇਹ ਹੈ, ਬਾਬਾ ਜੀ ਉਹ ਪ੍ਰਚਾਰ ਦੌਰੇ 'ਤੇ ਗਏ ਨੇ, ਉਹ ਸਾਨੂੰ ਜਿਹੜੇ ਸੀ ਪਹਿਲੇ ਵਿਦਿਆਰਥੀ ਪੜ੍ਹ ਰਹੇ ਹਾਂ, ਸਾਨੂੰ ਸਾਰਿਆਂ ਨੂੰ ਸਬਕ ਦੇ ਗਏ ਨੇ, ਅਸੀਂ ਉਹ ਸਬਕ ਉਹਨਾਂ ਦੇ ਆਉਣ ਤੱਕ ਯਾਦ ਕਰ ਰਹੇ ਹਾਂ। ਜਿਸ ਦਿਨ ਉਹਨਾਂ ਨੇ ਆਉਣਾ ਆ, ਉਸ ਦਿਨ ਉਹਨਾਂ ਨੇ ਪਿਛਲਾ ਸਬਕ ਸੁਣ ਲੈਣਾ, ਜਿਹੜਾ ਸੁਣਾ ਦੇਗਾ ਉਹਨੂੰ ਨਵਾਂ ਸਬਕ ਮਿਲ ਜਾਏਗਾ, ਜਿਹੜਾ ਨਹੀਂ ਸੁਣਾਏਗਾ ਉਸ ਨੂੰ ਦੁਬਾਰਾ ਉਸ ਸਬਕ ਨੂੰ ਜਿਹੜਾ ਹੈਗਾ ਦੁਹਰਾਉਣ ਵਾਸਤੇ ਹਿਦਾਇਤ ਮਿਲ ਜਾਏਗੀ।
बस ये विद्या चलती है। ये सच आ। बंदे नूं तुसी जे बहुत ज़्यादा इन्फॉर्मेशन, बहुत ज़्यादा एक समय दे विच उन्नू सब कुछ देना चाहोगे ना, तो ये मन्निया गया वो लॉस्ट हो जाएगा। बल्कि अजकल तो क्या जाता है कि ह्यूमन माइंड विच ग्लिच आ जाता है, खास करके साडी जिहड़ी ब्रेन की एबिलिटी है, वो जिन्हों असीं अज मैंटल स्ट्रैस कह रहे हैं। एक वैसटर्न वर्ल्ड ने एजुकेशन का मॉडल बना लिया, बनाया मॉडल कलोनीअल पीरीयड टाइम दे विच, क्योंकि कलोन चाहिए ने इक्को जे उस सारे ब्यूरोक्रेसी नूं चलाउण वास्ते बंदे चाहिए ने जिहड़े उपरों ऑर्डर आए, मतलब क्राउन तो उस ऑर्डर नूं डिटो तरीके नाल फॉलो करते जाण। जिहड़ा उन्हां दा अपना इनर इंस्टिंक्ट या कोई सारे सब चीज़ां विचों एलिमिनेट कर दित्तियां जाण, जिहनूं असीं रूल ऑफ लॉ कहने आ ना। एक्चुअली रूल ऑफ लॉ का मतलब रूल ऑफ लॉ विच लॉ? मदर नेचर इज गिविंग ए लॉ। द स्पिरिचुअल पीपल हु आर inner enlightened, they are giving a law. Our own instinct is actually telling us some kind of universal law. Which law we should follow? मतलब तुसी देखो संसारी तौर ते जिवें अज पंजाब दी फिजान दे विच उत्थे वो किसान जिहड़े स्ट्रगल कर रहे हैं, तो उत्थे गल कीती जा रही है जी इत्थे लीगल सिस्टम है जी, ला है जी। भाई ला तो ब्रिटिश भी बड़े लैके आउंदे सीगे, उन्होंने दे भी ला ही होंदे सी, कहते सी कानून बन गया, बस हुण कानून ही है, कानून है भाई। भाई वो देखो तो सही एक किहदे इंटरस्ट नूं फुलफिल कर रहा है, इहदे नाल सीधे तौर पर कौन प्रभावित हो रहा है, ये भी देखा जाए, इहदा फायदा किहनूं है, नुकसान किहनूं है। सो ये सब चीज़ां जिहड़ियां इस तरीके नाल देखियां जांदियां ने, जिहड़ा मतलब मौलिक रूप च गल है कि कलोनीअल सिस्टम दे विचों एक इहो जिहा मॉडल कढ़िया, तो उस मॉडल के अंदर एक इहो जी एजुकेशनल लैस जिहड़ी हैगी है, पॉलिसीज़ दी वो सारी एक मैथड टैक्नीक डिवेलप कर लई, जिहदे नाल वड्डे पद्धर ते असीं समाजां दे विच नुकसान हुंदा भी देखदे हां। अज मैंटल हैल्थ यंगस्टर्स दे विच वड्डे लैवल जिहड़ा क्राइसिस हैगा, उहदा एक कारण ये भी बनदा है कि जिस पेस ते तालीम चलती है, जिस पेस ते सब सिस्टम पूरी पूरी इंडस्ट्री रोल करती है, उहदे ते कई बार बच्चे उस पेस नूं फॉलो नहीं कर पाउंदे, उहदे नाल कोप नहीं कर पाउंदे, वो थिड़क जांदे ने। ते थिड़कियां होयां वास्ते मतलब जिस सोसाइटी ने स्टैंडर्ड ये सैट कर दिते होण कि असीं इत्थे बच्चियां दे चंगे भविख वास्ते आए आ, ते बस बच्चे कोल तालीम आई ते सब कुछ आ गया, बस इस किस्म का एक वरताओ वरता लिया जाए। और सोसाइटी जिहड़े ड्रॉप आउट्स ने स्कूल्स तो यूनिवर्सिटीज़ तो, where they can hang, we cannot actually find any place for them. They are totally out of our you can say normal standards, जिन्हों असीं हाशिया कह दिंदे। सो इत्थे एक्चुअली जिहड़ी पाप की परिभाषा जे बाणी के मुताबिक देखा जाए तो बहुत डीप है। खैर मैं जिहड़ी विनती करन लगा उत्ते फोकस रखा। इहदे विच सबक है, सबक जिन्ना डाढ़ा जिन्ना वधिया तरीके नाल पकड़ोगे तो सबक देण वाला शख्स वो सामने वाले नूं देखदा नापदा है, इहदे मायने दा इहदे हाण दा सबक की है असल विच। खैर वो कहते कि जो सुनो बाबा जी आउंदे ने तो बच्चे सारे लाइन ला के इस तरीके नाल खड़ जाते हैं, एक साइड नूं देख रहे ने, कहंदे मैं भी देख रहा वां, दूरों घोड़ा तुरिया हुंदा है, घोड़े ते बैठा शख्स केसरी बाणे दे विच आ, हत्थ दे विच उहने वड्डी सांग बरछा फड़िया आ, बड़ा सोहना उन्हें दमाला सजाया आ, बड़ा बीबा नूर दे नाल लख लख करदा होया एक चेहरा आ, ते घोड़ा अपनी बिल्कुल उसे एक पैरल रफ्तार दे उत्ते तुरिया लगा हुंदा आ। तो जिवें ही घोड़ा नेड़े आउंदा है, जिहड़े बच्चे ने जिहड़ा पहला बच्चा आ वो हाथ जोड़ के फतेह बुलाउंदा है, बाबा जी उस फतेह का जवाब देंदे ने,
उसनूं पुछदे ने, ਉਹਦੇ ਸਬਕ ਬਾਰੇ ਗੱਲ ਹੁੰਦੀ ਹੈ। ਇਸ ਤਰ੍ਹਾਂ ਵਨ ਬਾਏ ਵਨ ਬੱਚੇ ਦੇ ਨਾਲ ਉਹ ਘੋੜੇ 'ਤੇ ਚੜ੍ਹੇ ਇਸ ਤਰੀਕੇ ਨਾਲ ਗੱਲਾਂ ਕਰਦੇ ਲੱਗੇ ਹੁੰਦੇ ਨੇ। ਮੇਰੀ ਵਾਰੀ ਆਉਂਦੀ ਹੈ ਤੇ ਮੇਰੇ ਬਾਰੇ ਪੁੱਛਦੇ ਨੇ ਮੇਰੇ ਸਹਿਪਾਠੀਆਂ ਨੂੰ, ਇਹ ਕੌਣ ਹੈ? ਉਹ ਦੱਸਦੇ ਮਹਾਜਨਾਂ ਦਾ ਲੜਕਾ ਆ। ਅੱਛਾ, ਇੱਥੇ ਕੀ ਕਰਨ ਆਇਆ ਹੈ? ਮੈਨੂੰ ਪੁੱਛਦੇ ਨੇ। ਮੈਂ ਕਿਹਾ ਜੀ ਮੈਂ ਸਿੱਖਿਆ ਲੈਣ ਵਾਸਤੇ ਆਇਆ, ਪੜ੍ਹਨ ਵਾਸਤੇ ਆਇਆ। ਉਹ ਮੈਨੂੰ ਕਹਿੰਦੇ ਤੂੰ ਪਾੜਾ ਬਣਨਾ? ਕਹਿੰਦੇ ਹਾਂ। ਕਹਿੰਦੇ ਠੀਕ ਹੈ। ਮੇਰਾ ਨਾਂ ਪੁੱਛਦੇ ਤੇ ਨਾਂ ਪੁੱਛ ਕੇ ਜਿਹੜੀ ਉਹਨਾਂ ਲੰਮੀ ਸਾਂਗ ਭਾਲਾ ਫੜਿਆ ਹੱਥ ਦੇ ਵਿੱਚ, ਯੂ ਕੈਨ ਸੇ ਲੌਂਗ ਸਟਿਕ ਵਿਦ ਸਮ ਕਾਈਂਡ ਆਫ ਸ਼ਾਰਪਨ ਐਜ, ਆਇਰਨ ਇਜ਼ ਐਕਚੁਅਲੀ ਔਨ ਵਨ ਐਂਡ, ਐਂਡ ਉਹ ਥੱਲੇ ਕੱਚੀ ਮਿੱਟੀ ਹੈ ਤੇ ਉਹ ਕੱਚੀ ਮਿੱਟੀ ਦੇ ਉੱਤੇ ਇਸ ਤਰੀਕੇ ਨਾਲ ਊੜਾ ਖੁੱਲੇ ਮੂੰਹ ਵਾਲਾ ਵਾਹੁੰਦੇ, ਨਾਲ ਉਹਦੇ ਕਾਰ ਲਾਉਂਦੇ, ਉਹਦੇ ਅਗਲੇ ਪਾਸੇ ਹਿੰਸਿਆਂ ਦਾ ਏਕਾ ਲਾਉਂਦੇ ਤੇ ਲਗਾ ਕੇ ਮੈਨੂੰ ਕਹਿੰਦੇ ਪੜ੍ਹ ਇਹਨੂੰ ਇੱਕ ਓਂਕਾਰ। ਉਹ ਕਹਿੰਦਾ, ਮੈਂ ਉੱਚੀ ਸਾਰੀ ਆਵਾਜ਼ ਦੇ ਕੇ ਕਹਿੰਦਾ ਇੱਕ ਓਂਕਾਰ। ਕਹਿੰਦੇ ਬਸ ਪਹਿਲਾ ਸਬਕ ਤੇ ਆਖਰੀ ਸਬਕ ਇਹੀ ਹੈ ਤੇਰੇ ਵਾਸਤੇ। ਉਹ ਕਹਿੰਦੇ ਮੇਰੀ ਜ਼ਿੰਦਗੀ ਦਾ ਇਸ ਤੋਂ ਵੱਡਾ ਕੋਈ ਸਬਕ ਨਹੀਂ। ਮੈਨੂੰ ਉਸ ਦਿਨ ਸਬਕ ਇਹ ਦੁਹਰਾ ਕੇ ਦੱਸਿਆ ਗਿਆ, ਸਮਝਾ ਕੇ ਦੱਸਿਆ ਗਿਆ, ਸਭ ਕੁਝ ਇੱਕ ਓਂਕਾਰ ਤੋਂ ਸ਼ੁਰੂ ਹੋਇਆ ਹੈ, ਸਭ ਕੁਝ ਇੱਕ ਓਂਕਾਰ 'ਚ ਸਮਾ ਜਾਏਗਾ। ਦਿਸ ਇਜ਼ ਦ ਐਸੈਂਸ ਆਫ ਹੋਲ ਨੌਲੇਜ ਐਂਡ ਇਨਫੋਰਮੇਸ਼ਨ। ਇਹ ਹੈ ਮੂਲ ਗੱਲ, ਤੱਤ ਦੀ ਗੱਲ। ਦੇਖੋ, ਕਹਿਣ ਨੂੰ ਬੰਦਾ ਕਹਿ ਸਕਦਾ ਭਾਈ ਸਾਹਿਬ ਇਹਨਾਂ ਲੰਮਾ ਚੌੜਾ ਲੈਕਚਰ ਕਰਕੇ ਆ ਗੱਲ ਕਹਿ ਰਹੇ ਹੋ। ਹਾਂਜੀ, ਕਿਉਂਕਿ ਤੱਤ ਨੂੰ ਪਕੜਨਾ ਹੀ ਹਾਰਡ ਹੈ। ਇਸੇ ਲਈ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਦੇਖੋ ਤੁਸੀਂ, ਸੈਂਕੜੇ ਵਾਰ ਲਫ਼ਜ਼ ਦੁਹਰਾਇਆ ਜਾ ਰਿਹਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ, ਇੱਕ ਓਂਕਾਰ। ਅਹਿਸਾਸ ਇੱਥੇ ਆ ਜਾਏ ਤੇਰਾ, ਉਹਦੇ ਵਿੱਚੋਂ ਹੀ ਆਏ ਆ, ਉਹਦੇ ਵਿੱਚ ਹੀ ਅਮਾ ਜਾਵਾਂਗੇ। ਮਤਲਬ ਇਹ ਜਿਹਨੂੰ ਕਿਹਾ ਗਿਆ ਕਿ ਜਿਹੜੇ ਧੂੜ ਦੇ ਕਣ ਨੇ, ਧੂੜ ਵਿੱਚੋਂ ਪੈਦਾ ਹੁੰਦੇ, ਫਿਰ ਧੂੜ 'ਚ ਹੀ ਆ ਕੇ ਸਮਾ ਜਾਂਦੇ। ਪਾਣੀ ਸਮੁੰਦਰਾਂ ਦੇ ਵਿੱਚੋਂ ਉੱਠਦਾ ਬੱਦਲ ਬਣ ਕੇ, ਵਰਦਾ ਜਾ ਕੇ ਪਹਾੜਾਂ, ਮੈਦਾਨਾਂ, ਹਰ ਜਗ੍ਹਾ ਦੇ ਉੱਤੇ। ਉੱਥੇ ਵਰਨ ਤੋਂ ਬਾਅਦ ਕਿਤੇ ਬਰਫ਼ ਦੇ ਰੂਪ ਵਿੱਚ, ਕਿਤੇ ਬਰਸਾਤ ਦੇ ਰੂਪ ਦੇ ਵਿੱਚ, ਕਿਤੇ ਠਰਮੇ ਵਾਲੀ ਬਰਸਾਤ, ਕਿਤੇ ਬਹੁਤ ਜਿਹੜੀ ਹੈਗੀ ਹੈਵੀ ਰੇਨ ਦੇ ਵਿੱਚ, ਕਿਤੇ ਹੇਲ ਬਣ ਕੇ, ਓਲੇ ਬਣ ਕੇ ਵਰਸਦਾ। ਪਰ ਅਖੀਰ ਸਾਰਾ ਹੋ ਹਵਾ ਕੇ ਫਿਰ ਦੁਬਾਰਾ ਮੰਜ਼ਲੇ ਮਕਸੂਦ, ਨਹਿਰ ਬਣ ਕੇ, ਦਰਿਆ ਬਣ ਕੇ, ਰਿਵਰ ਬਣ ਕੇ, ਕਿਸੇ ਤਰੀਕੇ ਨਾਲ ਸਟਰੀਮ ਬਣ ਕੇ ਫਿਰ ਉਸੇ ਸਮੁੰਦਰ 'ਚ ਆ ਜਾਂਦਾ। ਇਹ ਜਿਹੜਾ ਰੂਪ ਆ, ਇੱਕ ਸਾਰੀ ਕਾਇਨਾਤ ਦਾ ਓਂਕਾਰ ਦਾ ਰੂਪ ਹੈ। ਇਹ ਤਤ ਗਿਆਨ ਹੈ। ਗੁਰੂ ਅਰਜਨ ਸਾਹਿਬ ਇੱਥੇ ਬਿਆਨ ਕਰਦੇ, ਉਪਜਿਆ ਤਤ ਗਿਆਨ, ਇਹ ਉਪਜ ਗਿਆ ਗਿਆਨ। ਫਿਰ ਦੇਖਣਾ, ਅਸੀਂ ਬਾਹਰੋਂ ਆਲੇ ਦੁਆਲਿਓਂ ਆਵਾਜ਼ਾਂ ਸੁਣਦੇ ਹਾਂ। As I'm speaking, I'm just trying to produce some sort of sounds. Somehow there are actually people who are familiar with these sounds, which we can say voices, letters, or some kind of ਜਿਹੜੇ ਅੱਖਰ ਨੇ। ਉਹਦੇ ਨਾਲ ਉਹਨਾਂ ਦੇ ਅੰਦਰ ਉਹਦੀ ਨਿਸ਼ਾਨਦੇਹੀ ਹੁੰਦੀ, ਕੀ ਗੱਲ ਹੋ ਰਹੀ ਹੈ, ਇਨਫੋਰਮੇਸ਼ਨ ਸਾਰੀ ਜਿਹੜੀ ਹੈ ਉਹ ਟਰਾਂਸਫਰ ਹੋ ਰਹੀ ਹੈ ਉਸ ਤਰੀਕੇ ਦੇ ਨਾਲ। ਹੁਣ ਜਿਹੜੀ ਇਨਫੋਰਮੇਸ਼ਨ ਟਰਾਂਸਫਰ ਹੋ ਰਹੀ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ, ਉਹੀ ਇਨਫੋਰਮੇਸ਼ਨ ਤੁਹਾਡੇ ਅੰਦਰ ਜਾ ਕੇ ਤੁਹਾਨੂੰ ਅਪੀਲ ਕਰੇਗੀ, ਤੁਹਾਨੂੰ ਟਿਕੇਗੀ, ਜੋ ਤੁਹਾਡੇ ਅੰਦਰ ਆਲਰੇਡੀ ਜਿਹੜੀ ਪਈ ਹੋਈ ਇਨਫੋਰਮੇਸ਼ਨ ਹੈ ਉਹਦੇ ਨਾਲ ਮੈਚ ਕਰੇਗੀ। ਸੱਚ ਸਾਡੇ ਅੰਦਰ ਪਿਆ ਆ, ਬਾਣੀ ਵਰਗਾ ਸੱਚ ਅਸੀਂ ਪੜ੍ਹਦੇ ਹਾਂ, ਫਿਰ ਜਦੋਂ ਮੈਚ ਕਰਦਾ ਲੱਗਾ ਜਾਂਦਾ ਹੈ, ਅੰਦਰ ਬਾਤ ਪੱਕੀ ਹੁੰਦੀ ਜਾਂਦੀ ਹੈ। ਜਦੋਂ ਬਹੁਤ ਗਹਿਰੇ ਤਲ ਤੇ ਪਕਿਆਈ ਵਿੱਚ ਆ ਜਾਂਦੀ ਹੈ, ਇੰਜ ਕਹਿ ਲਓ, ਜੋ ਚੀਜ਼ ਅੰਦਰ ਬਣਨੀ ਹੈ, ਉਪਜਣੀ ਹੈ, ਉਹ ਆ ਗਈ। ਬਾਹਰੋਂ ਸੋਰਸਸ ਨੇ ਹੈਲਪ ਕੀਤੀ, ਅੰਦਰ ਉਹ ਚੀਜ਼ ਪ੍ਰਗਟ ਹੋਣੀ ਸ਼ੁਰੂ ਹੋ ਗਈ। ਇਹਨੂੰ ਹੋਰ ਸਰਲ ਕਰਕੇ ਬਿਆਨ ਕਰਾਂ, ਅਸੀਂ ਜਦੋਂ ਉਪਜਣ ਦੀ ਗੱਲ ਕਰਦੇ ਹਾਂ, ਪ੍ਰਗਟ ਹੋਣ ਦੀ ਗੱਲ ਕਰਦੇ ਹਾਂ, ਜਿਵੇਂ ਆਪ ਦਰਖਤਾਂ ਨੂੰ ਉੱਗਣ ਵਾਲੇ, ਉਪਜਣ ਵਾਲੇ ਪੱਤੇ ਦੇਖਦੇ ਹੋ, ਉਹਨਾਂ ਨੂੰ ਉਪਜਣ ਵਾਲੇ ਫੁੱਲ ਦੇਖਦੇ ਹੋ। ਐਕਚੁਅਲੀ ਫਲ ਜਿਹੜਾ ਫਰੂਟ ਆ, ਤੁਸੀਂ ਦੇਖਿਆ ਹੋਏਗਾ, ਖਾਸ ਕਰਕੇ ਸਾਡੇ
ਅਸੀਂ ਜੇ ਪੰਜਾਬ ਦੀ ਗੱਲ ਕਰਦੇ ਹਾਂ ਉਸ ਨੇਟਿਵ ਇਨਵਾਇਰਮੈਂਟ ਦੀ, ਤੇ ਉੱਥੇ ਜਿਹੜਾ ਫਲਾਂ ਦਾ ਸੀਜ਼ਨ ਆ ਆਲਮੋਸਟ ਰੇਨੀ ਸੀਜ਼ਨ ਆ। ਅਮਰੂਦ, ਜਾਮਨੂੰ, ਜਮੋਏ, ਬਹੁਤ ਸਾਰੇ ਫਲ ਉਸੇ ਸਮੇਂ ਵਿੱਚ ਹੀ ਆਉਂਦੇ ਨੇ ਮੋਸਟਲੀ, ਕਿਉਂਕਿ ਉਹਦੇ 'ਚ ਕੀ ਹੁੰਦਾ ਆ ਕਿ ਮੋਇਸਚਰ ਵੱਧਦਾ ਆ। ਮੋਇਸਚਰ ਵਧਣ ਦੇ ਨਾਲ ਇੱਕ ਤਰ੍ਹਾਂ ਦਾ ਟ੍ਰੋਪੀਕਲ ਵੈਦਰ ਪੂਰੀ ਤਰ੍ਹਾਂ ਆਪਣੇ ਚਰਮ 'ਤੇ ਹੁੰਦਾ ਹੈ, ਅਤੇ ਉਹਦੇ ਨਾਲ ਜਿਹੜੇ ਬੂਟੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਪਾਣੀ ਮਿਲਦਾ ਹੈ, ਅਤੇ ਇਕੱਲਾ ਜ਼ਮੀਨ ਤੋਂ ਨਹੀਂ, ਉਹਨਾਂ ਦੀਆਂ ਸਲਰਾਂ ਦੇ ਉੱਤੇ ਪਾਣੀ ਪੈਂਦਾ ਆ ਕੇ। ਗਰਮੀ ਅਤੇ ਪਾਣੀ ਦੋਨੋਂ ਚੀਜ਼ਾਂ, ਮੋਇਸਚਰ ਵੀ ਹੈ ਅਤੇ ਉੱਥੇ ਜਿਹੜਾ ਵਾਰਮ ਵੈਦਰ ਵੀ ਹੈ। ਨਾਲ ਦੀ ਨਾਲ ਉਹ ਜਿਵੇਂ ਤੁਸੀਂ ਦੇਖਿਆ ਹੋਏਗਾ ਕਿ ਬਰਸਾਤ ਹੁੰਦੀ ਹੈ, ਉਹ ਜਿਹੜੇ ਫਲ ਨੇ ਜਿਹੜੇ ਉਹ ਲੱਗਣ ਵਾਲੇ, ਉਹਨਾਂ ਨੂੰ ਉਹ ਰਸ ਦੇ ਤੁਰੇ ਲੱਗੇ ਜਾਂਦੇ ਨੇ। ਉਹਨਾਂ ਨੂੰ ਇਸ ਤਰ੍ਹਾਂ ਆ ਜਿਹੜੀ ਉੱਪਰੋਂ ਜਿਹੜਾ ਪਾਣੀ ਪੈ ਰਿਹਾ ਆ, ਐਕਚੁਅਲੀ ਪਾਣੀ ਨਹੀਂ ਕਹਿੰਦੇ ਉਹਨੂੰ ਕਹਿੰਦੇ ਘਿਓ ਪੈ ਰਿਹਾ ਆ। ਇਹਨਾਂ ਨੂੰ ਵੱਡਿਆਂ ਕਰ ਰਿਹਾ, ਇਹਨਾਂ ਨੂੰ ਸਵਾਦਿਸ਼ਟ ਬਣਾ ਰਿਹਾ, ਇਹਨਾਂ ਨੂੰ ਰਸਦਾਇਕ ਬਣਾ ਰਿਹਾ ਹੈਗਾ। ਐਗਜ਼ੈਕਟਲੀ ਜਿਹੜੀ ਬਾਹਰਲੀ ਇਨਫੋਰਮੇਸ਼ਨ ਆ, ਗਿਆਨ ਆ, ਸੋਝੀ ਹੈ, ਸਾਡੇ ਅੰਦਰ ਦੀ ਉਸ ਜਿਹੜੇ ਅੰਦਰ ਅਸਲ ਖਿਆਲ, ਅਸਲ ਚੀਜ਼, ਵਿਚਾਰ ਆ, ਉਹਨੂੰ ਉਸ ਤਰੀਕੇ ਨਾਲ ਰਸਾਉਂਦੀ ਹੈ, ਭਰਦੀ ਹੈ, ਪੱਕੀਆਂ ਕਰਦੀ ਹੈ। ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ ਹੈ ਉਪਜਿਆ ਤਤ ਗਿਆਨ, ਅਤੇ ਉਹ ਕੀ ਹੈ? ਸਹੁਰੇ ਪਈਐ ਇੱਕ ਹਰ ਬਲਿਰਾਮ ਜੀਓ। ਸਹੁਰੇ ਪਈਐ ਇੱਕ ਹਰ, ਸਹੁਰਾ ਪਈਆ ਗੁਰਬਾਣੀ ਨੇ ਤੇ ਕਿਹਾ ਕਿ ਇਹ ਜਿਹੜਾ ਸੰਸਾਰ ਆ, ਇਹਦੇ 'ਚ ਅਸੀਂ ਪੇਕੇ ਘਰ 'ਚ ਬੈਠੇ ਹਾਂ, ਇੱਥੋਂ ਅਸੀਂ ਇੱਕ ਦਿਨ ਸਹੁਰੇ ਘਰ ਚਲੇ ਜਾਣਾ ਹੈ। ਇਸ ਤਰੀਕੇ ਦੀ ਬਾਤ ਕੀਤੀ ਜਾਂਦੀ ਹੈ। ਹਾਲਾਂਕਿ ਅੱਜ ਦਾ ਇੱਕ ਗੀਤਕਾਰ, ਲਿਖਾਰੀ ਕਹਿ ਲਓ, ਉਹ ਇਸ ਦੇ ਉਲਟ ਕਹਿੰਦਾ ਨਹੀਂ ਅਸਲ ਵਿੱਚ ਨਾ ਇਹ ਸਾਰਾ ਜਿਹੜਾ ਜਿੱਥੇ ਅਸੀਂ ਰਹਿ ਰਹੇ ਹਾਂ, ਇਹ ਸਾਡਾ ਸਹੁਰਾ ਘਰ ਆ, ਅਸੀਂ ਪੇਕੇ ਘਰ ਜਾਣਾ ਹੈ। ਅਤੇ ਉਹਦੀ ਉਹ ਦਲੀਲ ਇਹ ਦਿੰਦਾ ਹੈ ਕਿ ਮਾਈਆਂ ਪੇਕੇ ਘਰ ਜਾਣ ਨੂੰ ਤਰਜੀਹ ਵੀ ਦਿੰਦੀਆਂ ਅਤੇ ਖੁਸ਼ ਵੀ ਹੁੰਦੀਆਂ। ਰੱਬ ਦਾ ਘਰ ਪੇਕਾ ਘਰ ਆ, ਅਤੇ ਆਹ ਸੰਸਾਰ ਸਹੁਰਾ ਘਰ ਹੈ। ਇੱਥੇ ਤੇ ਕਲਾ ਕਲੇਸ਼ ਜਾਂ ਦੁੱਖ ਹੀ ਆ। ਅਸਲ ਵਿੱਚ ਸੰਸਾਰ ਦੇ ਵਿੱਚੋਂ, ਅੱਜ ਦੇ ਸੰਸਾਰ ਵਿੱਚੋਂ ਤਸ਼ਬੀਹ ਦਿੱਤੀ ਜਾਂਦੀ ਇਸ ਤਰੀਕੇ ਦੇ ਨਾਲ। ਉਹਦਾ ਵੱਡਾ ਕਾਰਨ ਇਹ ਹੈ ਜਿਹੜੀ ਵਿਵਾਹ ਤੋਂ ਬਾਅਦ ਵਾਲੀ ਜ਼ਿੰਦਗੀ ਹੈ, ਜਿਹਨੂੰ ਅਸੀਂ ਆਪਣੇ ਟ੍ਰੈਡੀਸ਼ਨਲ ਟਰਮਨੋਲੋਜੀਜ਼ ਦੇ ਵਿੱਚ ਅਸੀਂ ਉਸ ਆਨੰਦ ਕਾਰਜ ਕਹਿੰਦੇ ਹਾਂ, ਬਿਕੋਜ਼ ਵੀ ਆਰ ਨੋਟ ਏਬਲ ਟੂ ਸੀ ਦ ਆਊਟਕਮ ਐਜ਼ ਆਨੰਦ। ਸੋ ਦੈਟਸ ਵਾਈ ਫੈਮਿਲੀ ਲਾਈਫ ਇਜ਼ ਨੋਟ ਦੈਟ ਮਚ ਅਪੀਲਿੰਗ ਐਟ ਆਲ। ਉਹਦੇ 'ਚ ਇਹ ਚੀਜ਼ ਲੱਗ ਰਹੀ, ਇਹ ਕਾਰਨ ਕਰਕੇ ਚੀਜ਼ਾਂ ਆ ਰਹੀਆਂ। ਅਦਰਵਾਈਜ਼ ਅਸੀਂ ਟ੍ਰੈਡੀਸ਼ਨਲ ਰੰਗ ਵਿੱਚੋਂ ਦੇਖ ਕੇ ਗੁਰਬਾਣੀ ਦੇ ਕੌਨਸੈਪਟ ਵਾਲੇ ਪਾਸਿਓਂ ਦੇਖਦੇ ਹੈਗੇ ਹਾਂ, ਅਤੇ ਫਿਰ ਪਤਾ ਲੱਗਦਾ ਗੁਰਬਾਣੀ ਇਹ ਕਹਿੰਦੀ ਹੈ ਨਹੀਂ, ਅਸਲ ਵਿੱਚ ਅਸੀਂ ਇਹ ਪੇਕੇ ਘਰ ਬੈਠੇ ਹਾਂ। ਅਤੇ ਪੇਕੇ ਘਰ ਲੱਗਦਾ ਤਾਂ ਹੈ ਪੇਕਾ ਘਰ ਵਧੀਆ ਆ, ਪਰ ਜਦੋਂ ਟ੍ਰੈਡੀਸ਼ਨਲੀ ਤੌਰ 'ਤੇ ਵੀ ਤੁਸੀਂ ਦੇਖੋਗੇ, ਖਾਸ ਕਰਕੇ ਬੱਚੀਆਂ ਜਦੋਂ ਪੇਕੇ ਘਰ ਦੇ ਵਿੱਚ ਬੈਠੀਆਂ ਨੇ, ਅਤੇ ਉਹ ਉਮਰ ਦਰਾਜ਼ ਉੱਥੇ ਹੋ ਜਾਣ, ਉਹਨਾਂ ਲਈ ਉੱਥੇ ਦੁੱਖ ਹੋ ਜਾਂਦਾ ਆ, ਕਿਉਂਕਿ ਉਹਨਾਂ ਲਈ ਫਿਰ ਲੋਕ ਚਰਚਾ ਹੁੰਦੀ। ਈਵਨ ਇੱਥੇ ਮੈਂ ਬੜੇ ਲੋਕ ਦੇਖਦਾ, ਹਾਲਾਂਕਿ ਇੰਟਰਨੈਸ਼ਨਲ ਵੂਮਨ ਡੇ ਅਸੀਂ ਬੀਤੇ 1-2 ਰੋਜ਼ ਪਹਿਲਾਂ ਜਿਹੜਾ ਹੈਗਾ ਉਹਦੀ ਗੱਲ ਕਰਕੇ ਹਟੇ ਹਾਂ, ਪਰ ਇੱਥੇ ਵੀ ਬੱਚੀਆਂ ਦੇ ਉੱਤੇ ਬੜਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈਗਾ। ਜਿਵੇਂ ਥੋੜ੍ਹਾ ਏਜ ਆਉਂਦੀ ਹੈ, ਭਾਈ ਤੁਸੀਂ ਹੁਣ ਵਿਆਹ ਕਰਾਓ, ਤੁਸੀਂ ਸਹੁਰੇ ਘਰ ਜਾਓ। ਹਾਲਾਂਕਿ ਸਹੁਰੇ ਪੇਕੇ ਦਾ ਕੌਨਸੈਪਟ ਇੱਥੇ ਬਿਲਕੁਲ ਡਿਫਰੈਂਟ ਹੋ ਚੁੱਕਾ ਆ। ਫਾਈਨੈਂਸ਼ੀਅਲ ਆਟੋਨਮੀ ਹੋਏ ਉਹਨਾਂ ਦੇ ਕੋਲ, ਸੋਸ਼ਲ ਸਟੇਟਸ ਉਹਨਾਂ ਦਾ ਆਪਣੀ ਹੋਂਦ ਹੋਣੀ ਐਨਫ ਹੈ। ਹਾਂ, ਉਹਨਾਂ ਨੂੰ ਐਜੂਕੇਟ ਕਰਨਾ, ਉਹਨਾਂ ਨੂੰ ਇੰਪਾਵਰਮੈਂਟ ਦੇਣੀ, ਇਹ ਬੜੀ ਜ਼ਰੂਰੀ ਹੈ। ਫੈਮਿਲੀ ਲਾਈਫ ਕੌਣ ਇਨਕਾਰੀ ਹੋ, ਤੋਂ ਬਿਨਾਂ ਤਾਂ ਜ਼ਿੰਦਗੀ ਪੂਰੀ ਨਹੀਂ ਹੁੰਦੀ। ਪਰ ਉਹਦੇ ਲਈ ਕੋਈ ਸਟ੍ਰੈਸ ਹੋਏ, ਕੋਈ ਮਤਲਬ ਇੱਕਦਮ ਹੜਬੜਾਹਟ ਦੇ ਵਿੱਚ, ਕਾਹਲੇਪਨ ਦੇ ਵਿੱਚ, ਮਤਲਬ ਇਸ ਤਰੀਕੇ ਨਾਲ ਕਿ ਕਿਸੇ ਨੂੰ ਰਸ਼ ਕਰਕੇ ਉਹਨੂੰ ਕਿਹਾ ਜਾਏ ਵੀ ਤੂੰ ਵੀ ਰਸ਼ ਕਰ, ਜਲਦੀ ਕਰ ਇਸ ਚੀਜ਼ ਨੂੰ, ਇਸ ਤਰੀਕੇ ਨਾਲ ਥੋੜ੍ਹਾ ਕੋਈ ਡਿਸੀਜਨ ਬਣਾਏ ਜਾ ਸਕਦੇ ਨੇ। ਪਰ ਉਹਦਾ ਕਾਰਨ ਇਹ ਹੈ ਕਿਉਂਕਿ ਮੰਨਿਆ ਗਿਆ ਕਿ ਪੇਕੇ ਘਰ ਜੇ ਬੱਚੀ ਬੈਠੀ ਹੈ ਅਤੇ ਇਹ ਤਾਂ ਬੜਾ ਵੱਡੀ ਇੱਕ ਦੁੱਖ ਆ, ਉਸ ਕਿਸਮ ਦੀ ਬਾਤ ਕੀਤੀ ਗਈ। ਪਰ ਇਹ ਹੈ ਪੇਕੇ ਘਰੋਂ ਸਹੁਰੇ ਘਰ ਦਾ ਜਿਹੜਾ ਜਾਣਾ ਆ, ਉਹ ਕਿਸੇ ਪ੍ਰੋਪਰ ਸ਼ਗਨ ਨਾਲ, ਪ੍ਰੋਪਰ ਇੱਕ ਰਿਵਾਜ ਨਾਲ, ਪ੍ਰੋਪਰ ਇੱਕ ਤਰਤੀਬ ਨਾਲ ਹੋਏ। ਉਹ ਸਾਰੀ ਚੀਜ਼ ਨੂੰ ਵੀ ਟ੍ਰੈਡੀਸ਼ਨਲੀ ਤੌਰ 'ਤੇ ਅਸੀਂ ਦੇਖਦੇ ਹੈਗੇ ਹਾਂ। ਗੁਰੂ ਬਾਬਾ ਜੀ ਨੇ ਸਾਰੇ ਨੂੰ ਮਿਸਾਲ ਕਰਦਿਆਂ ਹੋਏ ਜਿਹੜੀ ਬਾਤ ਸਮਝਾਈ ਇਹਦੇ ਵਿੱਚ, ਉਹ ਇਹ ਦੱਸਿਆ ਹੈ ਕਿ ਭਾਵੇਂ ਅਸੀਂ ਇੱਥੇ ਪੇਕੇ ਘਰ ਅਤੇ ਭਾਵੇਂ ਸਹੁਰੇ ਘਰ,
ਭਾਵੇਂ ਆ ਜੀਵਨ ਤੇ ਭਾਵੇਂ ਇਸ ਜੀਵਨ ਤੋਂ ਬਾਅਦ ਵਾਲੀ ਕੋਈ ਗੱਲ ਆ, ਇਸ ਸਾਰੇ ਦੇ ਵਿੱਚ ਓੰਕਾਰ ਦਾ ਹੀ ਹੁਕਮ ਹੈ। ਇਹ ਤੱਤ ਦੀ ਚੀਜ਼ ਸਮਝ ਆ ਗਈ। ਇਸ ਲਈ ਬੰਦੇ ਲਈ ਜਿਉਣਾ ਮਰਨਾ ਇਹ ਵੱਡੀ ਖੇਡ ਨਹੀਂ ਹੈ। ਵੱਡੀ ਖੇਡ ਇਹ ਹੈ ਜਿਉਣਾ ਕਾਹਦੇ ਲਈ ਹੈ ਤੇ ਮਰਨਾ ਕਾਹਦੇ ਲਈ ਹੈ। ਇਹ ਸਮਝ ਆ ਗਈ ਬੰਦੇ ਨੂੰ, ਇਹ ਤੱਤ ਗਿਆਨ ਹੈ। ਓੰਕਾਰ ਦੇ ਅਹਿਸਾਸ ਵਿੱਚ ਰਹਿੰਦਿਆਂ ਹੋਇਆਂ ਜਿਉਣਾ ਇਸ ਕਰਕੇ ਹੈ ਕਿਉਂਕਿ ਮੈਂ ਅਨਾਜ ਵੱਧ ਖਾ ਸਕਾਂ, ਕੱਪੜੇ ਵੱਧ ਪਾ ਸਕਾਂ, ਮੈਂ ਵਧੀਆ ਤਰੀਕੇ ਦੀਆਂ ਹੋਰ ਵਸਤਾਂ ਰਸਤਾਂ ਭੋਗ ਜਾਵਾਂ। ਐਸਾ ਜਿਉਣਾ ਕਿਸੇ ਮਤਲਬ ਦਾ ਨਹੀਂ ਹੈਗਾ। ਅਸੀਂ ਗੁਰੂ ਬਾਬਾ ਜੀ ਦੇ ਸ਼ਬਦਾਂ 'ਚ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ ਕਿ ਜੇ ਇਹੋ ਜਿਹੀਆਂ ਚੀਜ਼ਾਂ ਦੇ ਮਗਰ ਭੱਜ ਰਿਹਾ ਨਾ ਤੇ ਫਿਰ ਇਹ ਚੇਤੇ ਰੱਖੀ, ਇਹ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਘੋੜੇ ਮੰਦਰ ਰਸ ਮੀਠਾ ਰਸ ਮਾਸ, ਇਹ ਤੇ ਰਸ ਸਰੀਰ ਕੇ, ਇਹ ਸਰੀਰ ਦੇ ਰਸ ਕਸ ਨੇ। ਇਹਦੇ ਵਿੱਚ ਫਿਰ ਤੈਨੂੰ ਨਾਮ ਦੀ ਮਹਿਮਾ ਦਾ ਕੋਈ ਅਹਿਸਾਸ ਨਹੀਂ ਗਾ ਅਜੇ। ਇਹ ਚੇਤੇ ਰੱਖੀ, ਇਹਦੇ ਵਿੱਚੋਂ ਜਿਹੜੀ ਤੂੰ ਬਾਤ ਸੋਚ ਰਿਹਾ ਨਾ, ਨਾਨਕ ਸੱਚੇ ਨਾਮ ਬਿਨ ਸਭੋ ਟੋਲ ਵਿਨਾਸ਼, ਇਹ ਸਾਰੀਆਂ ਚੀਜ਼ਾਂ ਅਜਾਈ ਚਲੀਆਂ ਜਾਣਗੀਆਂ। ਬੰਦੇ ਨੂੰ ਜ਼ਿੰਦਗੀ ਦਾ ਪਰਪਸ ਸਮਝ ਆਵੇ, ਕਿਸੇ ਵੱਡੇ ਆਸ਼ੇ ਲਈ ਜਿਉਣਾ ਬੜਾ ਚੰਗਾ ਆ। ਬੰਦੇ ਕੋਲ ਕੁਝ ਇਹੋ ਜਿਹਾ ਪਰਪਸ ਹੋਏ ਜਿਉਣ ਵਾਸਤੇ। ਫਿਰ ਇੱਕ ਦਿਨ ਆਪਣੀ ਜਾਚੇ ਵਕਤ ਬਤੀਤ ਹੁੰਦਾ ਆ, ਉਹ ਵੀ ਸਮਾਂ ਆਏ ਜਦੋਂ ਵਿਦਾ ਹੋਣਾ ਆ। ਵਿਦਾਇਗੀ ਦੇ ਸਮੇਂ ਬੰਦੇ ਕੋਲ ਬਿਲਕੁਲ ਸੈਟਿਸਫੈਕਸ਼ਨ ਹੋਏ, ਮੈਂ ਜੋ ਆਪਣਾ ਕੰਮ ਕਰਨਾ ਸੀਗਾ, ਜਿੰਨੀ ਕੁ ਮੈਨੂੰ ਐਨਰਜੀ ਮਿਲੀ, ਸਮਾਂ ਮਿਲਿਆ, ਟਾਈਮ ਮਿਲਿਆ, ਮੈਂ ਜਿਹਨੂੰ ਕਹਿੰਦੇ ਨੇ ਕਿ ਵੇਸਟੇਜ ਆਫ ਲਾਈਫ ਨਹੀਂ ਕੀਤੀ ਨਾ। I get 100% outcome of my energy. I really actually have done what I was here to do. So that mean ਜਿਹੜੀ ਚੀਜ਼ ਨੂੰ ਮੈਂ ਕਰਨ ਵਾਸਤੇ ਇੱਥੇ ਆਇਆ ਸੀਗਾ ਨਾ, I have done it. I have achieved it. ਇੱਥੇ ਜਾ ਕੇ ਫਿਰ ਬੰਦੇ ਨੂੰ ਸੋਝੀ ਆ ਗਈ। ਸਭ ਕਹਿੰਦੇ ਇਹ ਤੱਤ ਦੀ ਸਮਝ ਆ ਗਈ। ਨਾ ਪੇਕੇ ਘਰ ਰਹਿਣ ਦਾ ਗਮ, ਨਾ ਸਹੁਰੇ ਘਰ ਜਾਣ ਦਾ ਗਮ, ਨਾ ਪੇਕੇ ਘਰ ਰਹਿ ਸਕਣ ਦੀ ਜ਼ਿਆਦਾ ਸਮੇਂ ਤੱਕ ਖਾਸ਼, ਨਾ ਜਲਦੀ ਸਹੁਰੇ ਘਰ ਜਾਣ ਦੀ ਖਾਸ਼। ਨਾ ਸਭ ਕਹਿੰਦੇ ਸਮਝ ਆ ਗਈ ਕਿ ਉਪਜਿਆ ਤਤ ਗਿਆਨ ਸਹੁਰੇ ਪਈਆ, ਇੱਕ ਹਰ ਬਲਰਾਮ ਜੀਓ। ਹਰੀ ਤੇ ਹੈ ਉੱਥੇ ਕੀ ਤੇ ਇੱਥੇ ਕੀ। ਫਿਰ ਕਿਹਾ ਬ੍ਰਹਮ ਮਿਲਿਆ, ਕੋਈ ਨਾ ਸਾਕੈ ਭਿੰਨ ਕਰ ਬਲਰਾਮ ਜੀਓ। ਬ੍ਰਹਮ ਮਿਲਿਆ, ਬ੍ਰਹਮ ਰੂਪ ਦੂਸਰੇ ਬ੍ਰਹਮ ਰੂਪ ਵਿੱਚ ਲੀਨ ਹੋ ਗਿਆ। ਮਤਲਬ ਬ੍ਰਹਮ ਹੀ ਹੈ ਸਭ। ਇਸ ਤੋਂ ਇਸ ਤਰ੍ਹਾਂ ਜਾਣੀਏ। ਅਸੀਂ ਬਹੁਤ ਸ਼ਬਦ ਪੜ੍ਹਦੇ ਹਾਂ ਬਾਣੀ ਵਿੱਚ, ਸਭ ਜ਼ਿਕਰ ਕਰਦੇ ਕਿ ਸੂਰਜ ਕਿਰਨ ਮਿਲੀ ਜਲ ਕਾਜਲ ਹੋਵਾ ਰਾਮ। ਮਤਲਬ ਸੂਰਜ ਦੀ ਕਿਰਨ 'ਚ ਮਿਲ ਗਈ, ਜਲ ਦਾ ਮਿਲਾਪ ਜਲ ਵਿੱਚ ਹੋ ਗਿਆ, ਜਿਸ ਨੂੰ ਦਾਨਸ਼ਮੰਦਾਂ ਨੇ ਇਸ ਤਰ੍ਹਾਂ ਕਿਹਾ ਸਜਾਤ ਹੋ ਗਏ, ਸਜਾਤ ਮੇਲ ਹੋ ਗਿਆ, ਇੱਕ ਰੂਪਤਾ ਆ ਗਈ। ਜਿੱਥੇ ਸਜਾਤ ਹੋ ਜਾਵਾਂਗੇ ਇੱਕ ਜਾਤ, ਬ੍ਰਹਮ ਤੇ ਬ੍ਰਹਮ ਰੂਪ ਹੋ ਜਾਣਾ। ਲੋਕਾਂ ਨੇ ਬ੍ਰਹਮ ਨੂੰ ਜਾਤ ਵੀ ਬਣਾਇਆ, ਬ੍ਰਾਹਮਣ। ਬਸ ਉਸ ਘਰ ਪੈਦਾ ਹੋ ਗਏ, ਕੰਮ ਪੂਰਾ ਹੋ ਗਿਆ। ਬਾਣੀ ਨੇ ਕਿਹਾ ਇਸ ਤਰ੍ਹਾਂ ਕਿਸੇ ਦਾ ਕੰਮ ਪੂਰਾ ਨਹੀਂ ਹੁੰਦਾ। ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਬ੍ਰਹਮ ਬਿੰਦਾ, ਜਿਸ ਨੇ ਬ੍ਰਹਮ ਨੂੰ ਬਿੰਦਿਆ, ਬੀਜਿਆ, ਪਾਲਿਆ, ਸੰਭਾਲਿਆ, ਫਲੀਭੂਤ ਕੀਤਾ, ਬ੍ਰਹਮ ਵੇਤਾ ਹੋ ਗਿਆ। ਉਸ ਨੂੰ ਜਿਹਨੂੰ ਬ੍ਰਹਮ ਗਿਆਨੀ ਵੀ ਕਹਿ ਦਿੰਦੇ ਕਈ ਵਾਰ, ਇਹ ਰੂਪ ਵਿੱਚ ਆ ਗਿਆ। ਉਹਦੀ ਜਗ੍ਹਾ ਤੇ ਫਿਰ ਬ੍ਰਹਮ ਦੇ ਕੋਲ ਹੀ ਆ ਭਾਈ। ਉਹ ਜਿਉਂਦਾ ਹੀ ਮੁਕਤ ਹੈ, ਜਿਹਨੂੰ ਕਿਹਾ ਗਿਆ ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਜਿਉਂਦੇ ਜੀ ਮੁਕਤੀ ਦੇ ਰਾਹ ਤੇ ਪੈ ਗਿਆ। ਉਹਦਾ ਜਾਣਾ, ਉਹਦਾ ਰਹਿਣਾ ਹਰ ਲੈਵਲ ਤੇ ਮੁਕਤ ਹੈ, ਮੋਕਸ਼, ਕਲਿਆਣ। ਸਭ ਨੇ ਬਿਆਨ ਕੀਤਾ, ਤਤ ਸਮਝ ਆ ਗਿਆ। ਬ੍ਰਹਮ ਮਿਲਿਆ, ਕੋਈ ਨਾ ਸਾਕੈ ਭਿੰਨ ਕਰ। ਫਿਰ ਉਹ ਤੋਂ ਉਹਦੀ ਦੂਰੀ ਨਹੀਂ ਬਣਾਈ ਜਾ ਸਕਦੀ, ਉਹਨੂੰ ਕੋਈ ਤੋਂ ਜੁਦਾ ਨਹੀਂ ਕਰ ਸਕਦਾ। ਅਸੀਂ ਬਾਬਾ ਕਬੀਰ ਜੀ ਸਰੀਖੀਆਂ ਰੂਹਾਂ ਬਾਣੀ 'ਚ ਬੈਠੀਆਂ ਨੇ, ਉਹਨਾਂ ਨੂੰ ਪੜ੍ਹਦੇ ਹਾਂ ਅਤੇ ਉਹਦੇ 'ਚ ਪੜ੍ਹਨ ਦੇ 'ਚ ਆਉਂਦਾ ਹੈ, ਜ਼ਿਕਰ ਆਉਂਦਾ ਹੈ ਕਿ ਬਾਬਾ ਇਵਨ ਸ਼ਬਦਾਂ 'ਚ ਉਹਨਾਂ ਦੇ ਆਉਂਦਾ ਹੈ ਕਿ ਜਦੋਂ ਅਖੀਰਲਾ ਸਮਾਂ ਆਇਆ, ਮਤਲਬ ਸਾਰੀ ਉਮਰ ਕਾਸ਼ੀ ਵਿੱਚ ਬਤੀਤ ਕੀਤੀ, ਬਨਾਰਸ ਦੇ ਵਿੱਚ, ਤੇ ਮਰਤੀ ਬਾਰ ਮਗਰ ਉੱਠ ਆਇਆ। ਉਸ ਵਕਤ ਮਗਹਰ ਦੇਸ਼ ਗੋਰਖਪੁਰ ਚਲੇ ਗਏ।
उस इलाके तो उत्थे रह गए, उत्थे गए। तो वो मगहर बारे भारती शास्त्री सोच विच ये बात की गई सी, शास्त्रां वगैरह च पुराणियां मिथिक लिखावटां दे विच भी जिहड़ा शख्स मगहर गोरखपुर के इलाके दे विच जिहदी मौत होएगी वो तो नरक नूं जाएगा या गधे दी जून पएगा। जे मरण वाली जगह है तो वह बनारस है, उत्थे ही मरोगे तो तुसीं स्वर्ग जाओगे। मतलब इस किस्म की बात की गई। बाबा कबीर जी ने किते शब्दां च इस तरीके नाल भी बयान किया कि जिवें ज्यों काशी उपदेश होए मानस मरती बार। एक विचारां रावां ऐसियां बनाईयां लोकां ने कि भाई जदों बंदा मरन लगदा कि तैनूं काशी दा उपदेश मिल जाए, उन्हें मोक्ष मिल जाता है। मिसाल के तौर पर मैटाफोर दिता उन्होंने इत्थे। इहो जिहियां लोकां ने मानतावां बना लियां, रावां बना लईआं, पर जिहड़ा असल सार तत्त सीगा वो ये सीगा जगह दे नाल फर्क नहीं पैंदा। बंदा जिथे मर्जी रहे, जिथे मर्जी जीवले, जिथे मर्जी मर जाए। गल तो है जिहदी आपां बीते कल स्टेट ऑफ माइंड की गल कर रहे सीगे कि संभलिया सच थान, वो संभलिया कि नहीं। बाबा कबीर जी ने उत्थे बयान किया, कहन लगे हकीकत यह है मैं सारी उम्र काशी बतीत की पर इत्थे मरना नहीं गा। मरना उस जगह पर जाके जिहदे बारे लोगों ने यह राह बनाई है। इत्थे मरण तो बाद तो सच्चाई ये है, देखो उतों तो कोई मुड़ के नहीं ना आया भी कोई नहीं जानदा नानक कोई ना जाने कित्थे जाए समाही। भी कित्थे जाके समा गए, कित्थे जाके तुर गए, कौन जानदा। या तो कोई पिछों मुड़ के आया होए आके दसे भी मैं उत्थे स्वर्ग विच आ नरक विच आ चीज़ हुई है। इत्थे साडियां एक साडे आइडियाज़ ने सारे दे सारे, पर जदों बंदा जान लगा आ जिहड़े आइडियाज़ उन्होंने फीड किए गए ने, जिहड़े डीप लैवल के अंदर मतलब बीजे हुए ख्याल ने, वो फिर दूर थोड़ा हटते हैं। उस समय दे विच ते बंदे दी कॉग्निशन फंक्शनिंग बहुत वीक हो जाती है। बंदे दा जिहड़ा बहरूनी पाया होया चोगा आ सियाणप दा, बड़े अकलमंद होण दा, बड़े सुजन होण दा, वो लै जांदा मोस्टली। उदों तो हालत यह बनती है भी जिन्होंने साहब ने बयान किया सीगा भी हालत यह है भी बंदा हथ मरोड़ा तन कपै स्याहों होवा सेत, किते हत्थां नूं मरोड़े चढ़ जाते हैं, तन नूं कां पाउंदी है। जिहड़ा स्याह रंग सीगा लाल रंग वो सवेत चिट्टा हो जाता है। बंदे दी हालत जिहड़ी है मतलब बहुत डरावनी उस रूप च आउंदी है। उदों कित्थे कॉग्निशन फंक्शनिंग काम करती है, उदों कित्थे बंदे कोलों ये सारी चीज़ों आले दुआले का डर पैवक लैके या मैं अपनी जिहड़ी है बनी हुई इमेज नूं बचा लवां किसी तरीके नाल। वो तो जो अनकॉन्शियस च पिया आ वो बिना रोक तो बाहर आ जाता उस लैवल ते। इसलिए बाणी ने कहा क्या जाना कि मरेंगे, जदों समा आना की बनेगा, की हालात होणगे, कोई असी कोई एंटीसिपेशन थोड़ा कर सकते उस किस्म की। पर हाँ बाबा कबीर जी ने बयान किया जिवें जिवें वो समा नेड़े आया वो मगर चले गए, क्योंकि बिल्कुल अंदर बाहर एक रूप जिहा सीगा, किते हिपोक्रेसी नहीं सी। उत्थे जाके जो जा बिराजे लोगों क्या है की करता है तुसी तो कहिंदे ना। बंदे दा जगह ते मरना तय नहीं करेगा कि वो मुक्त होएगा कि नहीं मुक्त होएगा। ये तो मुक्ति इत्थों अर्न करके लैके जाईदी है। जीवन मुक्त है जिन्हें जिउंदे ब्रह्म रूप नूं धारण कर लिया ना, ब्रह्म मिलिया कोई ना साकै भिन्न कर बले राम जियो। फिर क्या बिस्म पेखा बिस्म सुनिया बिस्माद नदरी आया। हर चीज बंदे नूं विस्माद दे रही है। धरती का हर जर्रा जिहड़ा है विस्माद कर रहा है। अज भी तुसीं देखोगे जिहड़ियां चीज़ां दे मगर असीं इंस्टेंट एकदम बहुत रस सुख खुशी मानना चाहुंदे हैं, ये भोग की बिरती है, भोगण की बिरती। बंदे दी भोगण की बिरती बंदे नूं रोगी बनाउंदी है। एडिक्शन इत्थों डिवेलप हुंदा है। एनी काइंड ऑफ एक्ट, एनी काइंड ऑफ एक्टिविटी which we really want to repeat again and again due to some kind of impulsive behavior, due to some kind of our own very small or very narrow, to fulfill very small and narrow interests, that is addiction.
ਜਿਵੇਂ ਟੈਕਨੋਲੋਜੀ ਦੇ ਰੰਗ ਬਦਲਦੇ ਚੀਜ਼ਾਂ, ਹੂ ਜਿਹੜਾ ਲਾਫਟਰ ਵਗੈਰਾ, ਕਾਮੇਡੀ, ਇਹੋ ਜਿਹੀਆਂ ਚੀਜ਼ਾਂ ਤੇ ਮਗਰ ਕਿੰਨਾ ਬੰਦਾ ਇਨਸਟੈਂਟ। ਜਾਂ ਬੱਚਿਆਂ ਦੀ ਵੀਡੀਓ ਗੇਮ ਸਾਰੀਆਂ, ਉਹ ਵੀ ਬੱਚੇ ਨੇ ਜਿਹੜੇ ਬਾਹਰ ਮਤਲਬ ਬਨਸਪਤੀ ਨੂੰ ਦੇਖਦੇ, ਨਿਹਾਰਦੇ, ਫੁੱਲਾਂ ਨੂੰ ਬੀਜਦੇ, ਫੁੱਲਾਂ ਨੂੰ ਉੱਗਦਿਆਂ ਵੇਖਦੇ, ਉਹਨਾਂ 'ਚ ਰੰਗ ਬਦਲਦਿਆਂ ਵੇਖਦੇ, ਇਹੋ ਜਿਹੀਆਂ ਚੀਜ਼ਾਂ, ਇਹ ਸਭ ਚੀਜ਼ਾਂ ਦੇ ਮਦਰ ਨੇਚਰ ਫੀਲ ਕਰਦੇ, ਚੀਜ਼ਾਂ ਟੱਚ ਕਰਦੇ, ਸੁਣਦੇ, ਸਭ ਚੀਜ਼ਾਂ। ਇਹ ਕੀ ਹੈ? ਹਰ ਚੀਜ਼ ਹੀ ਵਿਸਮਾਦ ਹੈ, ਜਿਹਨੂੰ ਕੁਦਰਤ ਸਾਹਿਬ ਨੇ ਕਿਹਾ ਸੀ ਕਿ ਕੁਦਰਤ ਦਾ ਜ਼ਰਾ ਵਿਸਮਾਦ ਕਰ ਰਿਹਾ ਤੇਰੇ ਨਾਲ, ਹਟਕੇਲੀਆਂ ਕਰ ਰਿਹਾ। ਕਾਦਰ ਤੇਰੇ ਤੋਂ ਕਿਤੇ ਦੂਰ ਥੋੜਾ ਆ, ਉਹ ਤੇ ਮੁਸ਼ਤਾਕ ਕਰ ਰਿਹਾ ਹਰ ਵਕਤ। ਇੱਥੇ ਸਾਹਿਬ ਨੇ ਕਿਹਾ ਬਿਸਮ ਪੇਖਾ ਬਿਸਮ ਸੁਣੀਆ, ਹੁਣ ਵਿਸਮਾਦ ਹੀ ਆ। ਹੁਣ ਇੱਕ ਐਸੀ ਫੀਲਿੰਗ ਹੈ, ਇੱਕ ਐਸਾ ਅੰਦਰ ਮਤਲਬ ਸਾਰਾ ਕਹਿ ਲਓ ਕਿ ਪ੍ਰੋਸੈਸ ਹੋ ਰਿਹਾ ਸਭ ਕੁਛ, ਜਿਹਦੇ 'ਚ ਅਮੇਜ਼ਡ ਕਰ ਦੇਣ ਵਾਲ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਬਿਸਮ ਪੇਖਾ ਬਿਸਮ ਸੁਣੀਆ ਬਿਸਮਾਦ ਨਦਰੀਆਂ ਆਇਆ। ਤੇ ਉਸ ਵਿਸਮਾਦ ਦਾ ਸਾਰ ਤੱਤ ਕੀ ਹੈ? ਜਲਥਲ ਮਹੀਲ ਪੂਰਨ ਸੁਆਮੀ। ਰੱਬ ਦੇ ਕੰਮ ਅਧੂਰੇ ਲੱਗਦਾ ਹੈ ਤੇ ਹੈ, ਕਿਸੇ ਵਾਸਤੇ ਭਲਾ ਹੈ, ਮੇਰੇ ਵਾਸਤੇ ਬੁਰਾ ਹੈ, ਕਿਸੇ ਵਾਸਤੇ ਚੰਗਾ, ਕਿਸੇ ਵਾਸਤੇ ਭੈੜਾ ਹੈ, ਮਤਲਬ ਪੂਰਾ ਨਹੀਂਗਾ, ਸਭ ਜਗ੍ਹਾ ਤੇ ਕੰਪਲੀਟਲੀ ਫਿੱਟ ਨਹੀਂ ਹੁੰਦਾ। ਤੇ ਉਹਦੇ ਕੰਮ ਜਦੋਂ ਕੰਪਲੀਟਲੀ ਫਿੱਟ ਨਹੀਂ ਹੁੰਦੇ, ਫਿਰ ਉਹ ਆਪ ਵੀ ਕੰਪਲੀਟਲੀ ਫਿੱਟ ਨਹੀਂ ਹੋ ਰਿਹਾ। ਇਸ ਕਰਕੇ ਉਹਦੀ ਸੰਪੂਰਨਤਾ ਤੇ ਸ਼ੱਕ ਹੈ, ਉਹਦੀ ਹੋਂਦ ਤੇ ਸ਼ੱਕ ਹੈ, ਉਹਦੀ ਹੋਣੀ ਨੂੰ ਨਕਾਰਨ ਵਾਲੇ ਪਾਸੇ ਮੰਨ ਜਾਂਦਾ ਹੈ ਵਾਰ-ਵਾਰ। ਇਹ ਜਿਹੜੀ ਹਾਲਤ ਆ, ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ, ਜਲਥਲ ਮਹੀਲ ਪੂਰਨ ਸੁਆਮੀ। ਇਹ ਵਿਸਮਾਦ ਇਹੀ ਹੈ। ਹੁਣ ਲੱਗਦਾ ਹੈ ਕਰਨ ਕਰਾਉਣ ਵਾਲਾ ਤੇ ਆਪੇ ਆਪ ਹੀ ਹੈ। ਇਸ ਕਰਕੇ ਘਟ ਰਿਹਾ ਸਮਾਏ। ਹੁਣ ਘਟ ਨਹੀਂ ਨਜ਼ਰ ਪੈਂਦੇ। ਹੁਣ ਮਨੁੱਖੀ ਚਿਹਰੇ, ਰੂਪ, ਇਹ ਪੂਰੀ ਜਿਹੜੀ ਖਾਸ ਕਰਕੇ ਜਿਹਨੂੰ ਕਿਹਾ ਜਾਏ ਕਿ ਜਿਹੜੇ ਆਕਾਰ ਪਾਬੰਦ ਹੋਏ ਨੇ ਕਾਇਨਾਤ ਦੇ ਵਿੱਚ, ਇਹ ਨਜ਼ਰ ਨਹੀਂ ਪੈਂਦੇ। ਇਹਨਾਂ ਆਕਾਰਾਂ ਦੇ ਪਿੱਛੇ ਜਿਹੜਾ ਨਿਰਾਕਾਰ ਤੇ ਨਿਰੰਕਾਰ ਬੈਠਾ, ਉਹ ਦਿਸ ਰਿਹਾ ਆ। ਇੱਕ ਹਾਇਰ ਲੈਵਲ ਦੀ ਇੱਕ ਸਪਿਰਿਚੁਅਲ ਫੀਲਿੰਗ ਆਇਆ ਹੈ। ਇਹਦੇ ਤੋਂ ਬਿਨਾਂ ਤੁਸੀਂ ਗੁਰੂ ਨਾਨਕ ਸਾਹਿਬ, ਗੁਰੂ ਸਕੂਲ ਆਫ ਥਾਟ ਜਿਹੜਾ ਗੁਰੂ ਦਾ ਆ, ਭਗਤਾਂ ਦਾ ਆ, ਉਸ ਨੂੰ ਨਹੀਂ ਸਮਝ ਪਾਓਗੇ। ਬੰਦਾ ਧਰਮ ਦੀ ਦਿਖਾ ਦੇ ਜਦੋਂ ਵੱਧਦਾ ਆ, when we follow the direction of any religious ideology, that time we also become very narrow-minded, because we try to put some lines, we try to have a tunnel view. Whatever that school of thought is presenting us, that is only the green part. The rest of all is just, you can say, unhuman or others. But here Babaji is saying you have to take off those actually kind of tunnel views things if you really want to enjoy the real essence of humanity. ਬਾਬਾ ਜੀ ਨੇ ਬਿਆਨ ਕੀਤਾ ਕਿ ਉਸ ਚੀਜ਼ ਨੂੰ ਘਟ ਰਿਹਾ ਸਮਾਏ, ਜਿਸ ਦੇ ਉਪਜਿਆ ਤਿਸ ਮਾਹੇ ਸਮਾਇਆ, ਕੀਮਤ ਕਹਿਣ ਨਾ ਜਾਏ। ਜਿਹਦੇ ਵਿੱਚੋਂ ਆਏ ਆ ਉਹਦੇ 'ਚ ਹੀ ਸਮਾ ਜਾਣਾ ਆ। ਬਾਕੀ ਅਸੀਂ ਕੌਣ ਹੁੰਨੇ ਆ ਕਿਸੇ ਸਕੂਲ ਆਫ ਥਾਟ ਨੂੰ ਐਵੈਲੂਏਟ ਕਰਨ ਵਾਲੇ? ਅਸੀਂ ਕੌਣ ਆ ਕਿਸੇ ਚੀਜ਼ ਦੀ ਕੀਮਤ ਪਾਵਾਂਗੇ, ਐਵੈਲੂਏਟ ਕਰਾਂਗੇ? ਜਿਸ ਕੇ ਚਲਤ ਨਾ ਜਾਹੀ ਲਖਣੇ, ਨਾਨਕ ਤਿਸਹਿ ਧਿਆਏ। ਹੇ ਨਾਨਕ, ਜਿਹਦੇ ਚਲਤ, ਜਿਹਦੇ ਕੌਤਕ, ਜਿਹਦੇ ਇੱਕ ਮਤਲਬ ਸਾਰੇ ਦਾ ਸਾਰਾ ਇਹ ਰੂਪ ਰੰਗ ਅਸੀਂ ਪੂਰੀ ਤਰ੍ਹਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ, ਹਾਂ ਮਾਣ ਨਹੀਂ ਸਕਦੇ ਹਾਂ। ਹੇ ਨਾਨਕ, ਮੇਰਾ ਧਿਆਨ ਉਹਦੇ 'ਚ ਰਹੇ, ਮੈਂ ਉਹਨੂੰ ਧਿਆਵਾਂ, ਮੈਂ ਉਹਨੂੰ ਸੰਭਾਲਾਂ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਅਲਾਹੀ ਅਗੰਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇਤਨੀਆਂ ਅੱਖ ਬਿਨਤੀਆਂ ਦੇ ਨਾਲ ਹੀ ਅੱਜ ਫਿਰ ਸਮਾਪਤੀ ਕਰਦੇ ਹਾਂ। ਅਤੇ ਉਸੇ ਅਰਦਾਸ ਦੇ ਨਾਲ ਸਾਡੇ ਉਹ ਕਿਸਾਨ ਮਾਈ ਭਾਈ ਜਿਹੜੇ ਆਪਣੇ ਹੱਕ ਹਕੂਕਾਂ ਲਈ ਜੂਝ ਰਹੇ ਨੇ, ਉਹਨਾਂ ਦੀ ਚੜ੍ਹਦੀ ਕਲਾ ਹੋਏ, ਉਹਨਾਂ ਦੀ ਸਫਲਤਾ ਹੋਏ। ਇਸ ਅਰਦਾਸ ਦੇ ਨਾਲ ਸਮਾਪਤੀ ਹੈ। ਢਾਡੀ ਵੀਰ ਆਏ ਨੇ, ਅਗਲੀ ਸੇਵਾ ਕਰਨਗੇ। ਖਾਕਸਾਰ ਨੂੰ ਇਜਾਜ਼ਤ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।